स्वागत है ਤੁਹਾਡੇ ਸਾਰਿਆਂ ਦਾ ਹੈਡਲਾਈਨ ਕੈਨੇਡਾ ਦੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਟੋਰਾਂਟੋ ਤੋਂ ਮੈਂ ਹਾਂ ਜਸਲੀਨ ਕੌਰ। ਸਾਲ 2020 ਸਾਰਿਆਂ ਲਈ ਇੱਕ ਵੱਖਰਾ ਸਾਲ ਰਿਹਾ। ਕੋਵਿਡ ਦੇ ਕਾਰਨ ਸਾਰਿਆਂ ਨੂੰ ਕੁਝ ਨਾ ਕੁਝ ਨਵਾਂ ਵੇਖਣ ਨੂੰ ਮਿਲਿਆ। ਫੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰਾਂ ਵੱਲੋਂ ਲੋਕਾਂ ਦੀ ਸਟੇਬਿਲਿਟੀ ਲਈ ਫੰਡਿੰਗ ਦਾ ਐਲਾਨ ਕੀਤਾ ਗਿਆ। ਇੰਨਾ ਹੀ ਨਹੀਂ, ਲੋਕਾਂ ਦੀ ਮਾਨਸਿਕ ਸਿਹਤ ਉੱਤੇ ਵੀ ਵੱਡਾ ਅਸਰ ਪੈਂਦਾ ਨਜ਼ਰ ਆਇਆ। ਕੀ ਕੁਝ ਨਵਾਂ ਅਤੇ ਵੱਖਰਾ ਰਿਹਾ ਸਾਲ 2020 ਦੇ ਵਿੱਚ, ਇਸੇ ਤੇ ਆਧਾਰਿਤ ਰਹੇਗੀ ਸਾਡੀ ਅੱਜ ਦੀ ਇਹ ਖਾਸ ਪੇਸ਼ਕਸ਼। ਸਾਲ 2020 ਦੀ ਸ਼ੁਰੂਆਤ ਹੋਈ ਕਰੋਨਾ ਵਾਇਰਸ ਦੇ ਨਾਲ। ਵੱਡੀ ਗਿਣਤੀ ਦੇ ਵਿੱਚ ਆਮ ਲੋਕਾਂ ਸਣੇ ਕਈ ਸਿਆਸੀ ਆਗੂਆਂ ਅਤੇ ਉਹਨਾਂ ਦੇ ਪਰਿਵਾਰਾਂ ਨੇ ਸੈਲਫ ਆਈਸੋਲੇਟ ਕੀਤਾ। 11 ਮਾਰਚ ਨੂੰ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਗਲੋਬਲ ਪੈਂਡੇਮਿਕ ਡਿਕਲੇਅਰ ਕੀਤਾ ਤੇ ਹੁਣ ਤੱਕ ਕੋਵਿਡ-19 ਦੇ ਕੈਨੇਡਾ ਭਰ ਦੇ ਵਿੱਚ 6 ਲੱਖ ਤੋਂ ਉੱਪਰ ਕੇਸਿਸ ਦਰਜ ਕੀਤੇ ਜਾ ਚੁੱਕੇ ਹਨ। ਇੰਨਾ ਹੀ ਨਹੀਂ, 15,000 ਤੋਂ ਉੱਪਰ ਡੈਥਸ ਵੀ ਰਿਪੋਰਟ ਹੋ ਚੁੱਕੀਆਂ ਹਨ। ਕੈਨੇਡਾ ਵਿੱਚ ਕਿਸ ਤਰ੍ਹਾਂ ਸ਼ੁਰੂਆਤ ਹੋਈ ਕੋਵਿਡ-19 ਦੀ ਅਤੇ ਕੀ ਹੈ ਮੌਜੂਦਾ ਸਥਿਤੀ, ਇਸੇ ਤੇ ਪੇਸ਼ ਹੈ ਇੱਕ ਖਾਸ ਰਿਪੋਰਟ। ਕੈਨੇਡਾ ਵਿੱਚ ਨੋਵੈਲ ਕਰੋਨਾ ਵਾਇਰਸ ਦੀ ਸ਼ੁਰੂਆਤ 25 ਜਨਵਰੀ ਨੂੰ ਹੋਈ, ਜਦੋਂ ਹੈਲਥ ਕੈਨੇਡਾ ਵੱਲੋਂ ਕੋਵਿਡ ਦਾ ਪਹਿਲਾ ਕੇਸ ਰਿਪੋਰਟ ਕੀਤਾ ਗਿਆ। ਟੋਰਾਂਟੋ ਦਾ ਇਹ ਨਿਵਾਸੀ ਇੱਕ ਟਰੈਵਲਰ ਸੀ ਜੋ 22 ਜਨਵਰੀ ਦੀ ਫਲਾਈਟ ਵਿੱਚ ਚਾਈਨਾ ਤੋਂ ਟੋਰਾਂਟੋ ਆਇਆ। ਇਹਨਾਂ ਦਿਨਾਂ ਦੌਰਾਨ ਚਾਈਨਾ ਦੇ ਵਿੱਚ ਕਰੋਨਾ ਵਾਇਰਸ ਦੇ 2,744 ਕੇਸਿਸ ਅਤੇ 81 ਡੈਥਸ ਦਰਜ ਕੀਤੀਆਂ ਜਾ ਚੁੱਕੀਆਂ ਸਨ ਅਤੇ ਕੈਨੇਡਾ ਵਿੱਚ ਮੌਂਟਰੀਅਲ, ਟੋਰਾਂਟੋ ਤੇ ਵੈਂਕੂਵਰ ਦੇ ਮੇਜਰ 에ਅਰਪੋਰਟਸ ਉੱਤੇ ਚਾਈਨਾ ਤੋਂ ਆ ਰਹੇ ਯਾਤਰੀਆਂ ਲਈ ਨਵੇਂ ਸਕਰੀਨਿੰਗ ਮੈਜਰਸ ਵੀ ਐਲਾਨੇ ਜਾ ਚੁੱਕੇ ਸਨ। 28 ਜਨਵਰੀ ਨੂੰ ਕੈਨੇਡਾ ਦੀ ਚੀਫ ਪਬਲਿਕ ਹੈਲਥ ਆਫਿਸਰ ਨੇ ਐਲਾਨ ਕੀਤਾ ਕਿ ਵੈਕਸੀਨ ਆਉਣ ਨੂੰ ਲਗਭਗ 1 ਸਾਲ ਦਾ ਸਮਾਂ ਲੱਗ ਸਕਦਾ ਹੈ ਤੇ ਉਦੋਂ ਤੱਕ ਵਾਇਰਸ ਦੇ ਨਾਲ ਪੀੜਤ ਲੋਕਾਂ ਦੀ ਪੂਰੀ ਦੇਖਭਾਲ ਕੀਤੀ ਜਾਏਗੀ। ਕੁਝ ਹੀ ਦਿਨਾਂ ਦੇ ਵਿੱਚ ਇਹ ਵਾਇਰਸ ਵੱਖ-ਵੱਖ ਦੇਸ਼ਾਂ ਦੇ ਵਿੱਚ ਤੇਜ਼ੀ ਨਾਲ ਫੈਲ ਗਿਆ ਅਤੇ ਕਈ ਦਿਨਾਂ ਤੱਕ ਵੱਖ-ਵੱਖ ਸ਼ਹਿਰਾਂ ਦੇ ਵਿੱਚ ਲਾਕਡਾਊਨ ਐਲਾਨਿਆ ਗਿਆ ਤੇ ਲੋਕਾਂ ਦੀ ਸੁਰੱਖਿਆ ਲਈ ਕੁਆਰੰਟਾਈਨ ਪਲਾਨ ਵੀ ਇੰਟਰੋਡਿਊਸ ਕੀਤਾ ਗਿਆ। ਫੇਸ ਮਾਸਕ ਅਤੇ ਹੈਂਡ ਸੈਨੀਟਾਈਜ਼ਰਸ ਦੀ ਵਰਤੋਂ ਲਾਜ਼ਮੀ ਕਰਨ ਤੋਂ ਬਾਅਦ ਕਈ ਦਿਨਾਂ ਤੱਕ ਇਸ ਦੀ ਘਾਟ ਵੀ ਮਹਿਸੂਸ ਹੋਈ ਤੇ ਵੱਖ-ਵੱਖ ਦੇਸ਼ਾਂ ਦੀ ਸਰਕਾਰਾਂ ਵੱਲੋਂ ਵੱਡੀ ਤਾਦਾਦ ਦੇ ਵਿੱਚ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਆਰਡਰ ਕੀਤਾ ਗਿਆ। ਇਸ ਤੋਂ ਇਲਾਵਾ ਇਵੈਕੂਏਸ਼ਨਸ ਅਤੇ ਟਰੈਵਲ ਐਡਵਾਈਜ਼ਰੀਜ਼ ਦੇ ਬਾਵਜੂਦ ਕਰੋਨਾ ਵਾਇਰਸ ਕਾਰਨ ਮ੍ਰਿਤਕਾਂ ਦੀ ਗਿਣਤੀ ਵਧਦੀ ਗਈ। ਜਿੱਥੇ ਇੱਕ ਪਾਸੇ ਕੇਸਿਸ ਦੀ ਗਿਣਤੀ ਸੰਬੰਧੀ ਗਲਤ ਇਨਫੋਰਮੇਸ਼ਨ ਵੀ ਫੈਲੀ, ਉੱਥੇ ਹੀ ਚਾਈਨੀਜ਼ ਕਮਿਊਨਿਟੀ ਵੱਲ ਐਂਟੀ ਰੇਸਿਜ਼ਮ ਐਕਟੀਵਿਟੀਜ਼ ਦੇ ਵਿੱਚ ਵੀ ਵਾਧਾ ਦਰਜ ਕੀਤਾ ਗਿਆ। ਮਾਹਿਰਾਂ ਵੱਲੋਂ ਕਰੋਨਾ ਵਾਇਰਸ ਦੇ ਸਿੰਪਟਮਸ, ਇਹ ਵਾਇਰਸ ਕਿਵੇਂ ਸਪਰੈਡ ਹੁੰਦਾ ਹੈ ਅਤੇ ਆਊਟਬ੍ਰੇਕ ਕਿੰਨਾ ਸੀਰੀਅਸ ਹੈ, ਇਸ ਸੰਬੰਧੀ ਜਾਣਕਾਰੀ ਦਿੱਤੀ ਗਈ। ਫਰਵਰੀ ਦੇ ਵਿੱਚ ਕੈਨੇਡੀਅਨ ਐਪੀਡੈਮੀਓਲੋਜਿਸਟ ਡਾਕਟਰ ਬਰੂਸ ਐਲਵਰਡ ਵੱਲੋਂ ਵਰਲਡ ਹੈਲਥ ਆਰਗੇਨਾਈਜੇਸ਼ਨ ਲਈ ਚਾਈਨਾ ਦੇ ਆਊਟਬ੍ਰੇਕ ਦੀ ਜਾਂਚ ਕਰਨ ਲਈ ਇੰਟਰਨੈਸ਼ਨਲ ਐਕਸਪਰਟਸ ਦੀ ਟੀਮ ਦੀ ਅਗਵਾਈ ਸ਼ੁਰੂ ਕੀਤੀ ਗਈ, ਜਿਸ ਲਈ ਏਜੰਸੀ ਨੂੰ ਚਾਈਨਾ ਦੀ ਸਰਕਾਰ ਤੋਂ ਮਿਸ਼ਨ ਦੀ ਇਜਾਜ਼ਤ ਲੈਣ ਵਿੱਚ ਲਗਭਗ 2 ਹਫ਼ਤਿਆਂ ਦਾ ਸਮਾਂ ਲੱਗਿਆ। ਕਰੋਨਾ ਵਾਇਰਸ ਦੇ ਕਹਿਰ ਦੇ ਨਾਲ ਸਟਾਕ ਮਾਰਕੀਟ ਵਿੱਚ ਭਾਰੀ ਗਿਰਾਵਟ ਵੇਖੀ ਗਈ। ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਕੋਵਿਡ-19 ਸੰਬੰਧੀ ਹਾਈਐਸਟ ਅਲਰਟ ਜਾਰੀ ਕੀਤਾ ਗਿਆ। ਮਾਰਚ ਦੇ ਵਿੱਚ ਕੈਨੇਡਾ ਸਰਕਾਰ ਵੱਲੋਂ ਕੋਵਿਡ-19 ਕਮੇਟੀ ਦਾ ਗਠਨ ਕੀਤਾ ਗਿਆ। ਡਾਕਟਰਸ ਵੱਲੋਂ ਪ੍ਰੀਪੇਅਰਡਨੈਸ ਲਈ ਕੰਸਰਨਸ ਰੇਜ਼ ਕੀਤੇ ਗਏ ਤੇ ਲੌਂਗ ਟਰਮ ਕੇਅਰ ਸੈਂਟਰਸ ਦੇ ਵਿੱਚ ਕੇਸਿਸ ਦੀ ਵੱਧਦੀ ਗਿਣਤੀ ਨੂੰ ਰੋਕਣ ਲਈ ਮਿਲਟਰੀ ਡਿਪਲੋਏ ਕੀਤੀ ਗਈ। 9 ਮਾਰਚ ਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋਵਿਡ-19 ਕਾਰਨ ਪਹਿਲੀ ਡੈਥ ਰਿਪੋਰਟ ਹੋਈ। ਮਾਰਚ ਦੇ ਵਿੱਚ ਕੈਨੇਡਾ ਭਰ ਦੇ ਵਿੱਚ ਸਕੂਲਸ ਅਤੇ ਨਾਨ ਐਸੈਂਸ਼ੀਅਲ ਬਿਜ਼ਨੈਸਸ ਬੰਦ ਕੀਤੇ ਗਏ। ਜ਼ਿਕਰਯੋਗ ਹੈ ਕਿ ਕੈਨੇਡੀਅਨਸ ਦੇ ਇਕਨੋਮਿਕ ਅਤੇ ਫਾਈਨੈਂਸ਼ੀਅਲ ਸਪੋਰਟ ਲਈ ਫੈਡਰਲ ਸਰਕਾਰ ਵੱਲੋਂ ਸ਼ੁਰੂਆਤੀ ਦਿਨਾਂ ਦੇ ਵਿੱਚ $1 ਬਿਲੀਅਨ ਦਾ ਨਿਵੇਸ਼ ਦਾ ਐਲਾਨ ਕੀਤਾ ਗਿਆ ਅਤੇ ਹੁਣ ਤੱਕ ਫੈਡਰਲ ਸਰਕਾਰ ਵੱਲੋਂ ਕੈਨੇਡੀਅਨਸ ਦੀ ਸੁਰੱਖਿਆ ਲਈ $240 ਬਿਲੀਅਨ ਖਰਚਣ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਅਤੇ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਮਾਰਚ 2021 ਤੱਕ ਇਹ ਖਰਚਾ $322 ਬਿਲੀਅਨ ਤੱਕ ਪਹੁੰਚ ਸਕਦਾ ਹੈ। ਕੈਨੇਡਾ ਐਮਰਜੈਂਸੀ ਰੈਂਟ ਸਬਸਿਡੀ, ਕੈਨੇਡਾ ਐਮਰਜੈਂਸੀ ਵੇਜ ਸਬਸਿਡੀ, ਕੈਨੇਡਾ ਰਿਕਵਰੀ ਕੇਅਰ ਗਿਵਿੰਗ ਬੈਨੀਫਿਟਸ, ਕੈਨੇਡਾ ਰਿਕਵਰੀ ਸਿਕਨੈਸ ਬੈਨੀਫਿਟਸ, ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟਸ ਸਣੇ ਇੰਪਲੋਇਮੈਂਟ ਇੰਸ਼ੋਰੈਂਸ ਦੇ ਵਿੱਚ ਵੀ ਸਰਕਾਰ ਵੱਲੋਂ ਕਈ ਨਿਵੇਸ਼ ਕੀਤੇ ਗਏ। ਕੈਨੇਡਾ ਸਰਕਾਰ ਵੱਲੋਂ ਕੋਵਿਡ-19 ਦੇ ਸਪਰੈਡ ਨੂੰ ਰੋਕਣ ਲਈ ਕੋਵਿਡ ਅਲਰਟ ਐਪ ਵੀ ਲਾਂਚ ਕੀਤੀ ਗਈ। ਇਸ ਤੋਂ ਇਲਾਵਾ ਲੋਕਾਂ ਦੀ ਮਾਨਸਿਕ ਸਿਹਤ ਦਾ ਖਾਸ ਖਿਆਲ ਰੱਖਣ ਲਈ ਵੀ ਨਿਵੇਸ਼ ਦਾ ਐਲਾਨ ਕੀਤਾ ਗਿਆ। ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਵੀ ਆਪਣਾ ਯੋਗਦਾਨ ਪਾਇਆ ਗਿਆ ਅਤੇ ਬੱਚਿਆਂ ਲਈ ਰਿਮੋਟ ਲਰਨਿੰਗ ਦੀ ਸ਼ੁਰੂਆਤ ਵੀ ਕੀਤੀ ਗਈ। ਇਹਨਾਂ ਦਿਨਾਂ ਦੌਰਾਨ ਕਈ ਸਕੈਮ ਕੇਸਿਸ ਵੀ ਸਾਹਮਣੇ ਆਏ। ਫੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰਾਂ ਵੱਲੋਂ ਹੈਲਥ ਪ੍ਰੋਫੈਸ਼ਨਲਸ, ਫੂਡ ਇੰਡਸਟਰੀ, ਸੀਨੀਅਰਸ, ਵੈਟਰਨਸ, ਇੰਡੀਜਨਸ ਕਮਿਊਨਿਟੀਜ਼, ਪੇਰੈਂਟਸ, ਯੂਥ, ਸਟੂਡੈਂਟਸ ਅਤੇ ਵੱਖ-ਵੱਖ ਸੈਕਟਰਸ ਦੇ EMPLOYEES ਲਈ ਵੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਗਿਆ।
ਇੰਨਾ ਹੀ ਨਹੀਂ, ਸਰਕਾਰ ਵੱਲੋਂ ਟੈਕਸਿਸ ਭਰਨ ਦੀ ਤਾਰੀਖ ਦੇ ਵਿੱਚ ਵੀ ਵਾਅਦਾ ਕੀਤਾ ਗਿਆ। ਦੱਸ ਦਈਏ ਕਿ ਹਾਲ ਹੀ ਵਿੱਚ ਕੈਨੇਡਾ ਰੈਵਨਿਊ ਏਜੰਸੀ ਵੱਲੋਂ 4,41,000 ਕੈਨੇਡੀਅਨਸ ਨੂੰ ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟ ਪੇਮੈਂਟ ਵਾਪਸ ਕਰਨ ਲਈ ਐਜੂਕੇਸ਼ਨਲ ਲੈਟਰਸ ਭੇਜੀਆਂ ਗਈਆਂ ਹਨ, ਕਿਉਂਕਿ ਸ਼ਾਇਦ ਇਹਨਾਂ ਕੈਨੇਡੀਅਨਸ ਵੱਲੋਂ 2019 ਦੇ ਟੈਕਸਿਸ ਨਹੀਂ ਭਰੇ ਗਏ, ਜਿਸ ਕਰਕੇ ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟ ਲਈ ਇਹ ਕੈਨੇਡੀਅਨਸ ਐਲੀਜੀਬਲ ਨਹੀਂ ਹੁੰਦੇ ਨੇ। ਕਾਬਲੇ-ਗੌਰ ਹੈ ਕਿ ਸਾਲ 2020 ਦੇ ਵਿੱਚ ਕੋਵਿਡ-19 ਦੀ ਪਹਿਲੀ ਵੇਵ ਤੋਂ ਬਾਅਦ ਦੂਜੀ ਵੇਵ ਦੀ ਸ਼ੁਰੂਆਤ ਵੀ ਹੋਈ, ਜੋ ਕਿ ਪਹਿਲੀ ਵੇਵ ਤੋਂ ਵੀ ਖਤਰਨਾਕ ਦੱਸੀ ਗਈ ਅਤੇ ਇਹ ਦੂਜੀ ਵੇਵ ਫਿਲਹਾਲ ਜਾਰੀ ਹੈ। ਕੈਨੇਡਾ ਵਿੱਚ ਪਹਿਲੀ ਵਾਰੀ 8 ਮਹੀਨਿਆਂ ਬਾਅਦ ਪੇਸ਼ ਕੀਤੀ ਗਈ ਫਿਸਕਲ ਇਕਨੋਮਿਕ ਸਟੇਟਮੈਂਟ। ਕੈਨੇਡਾ ਦੀ ਡਿਪਟੀ ਪ੍ਰਾਈਮ ਮਿਨਿਸਟਰ ਅਤੇ ਫਾਈਨੈਂਸ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਨੇ ਦੱਸਿਆ ਕਿ ਕੈਨੇਡਾ ਵੱਲੋਂ ਫਿਸਕਲ ਈਅਰ ਲਈ $381 ਬਿਲੀਅਨ ਦਾ ਡੈਫਿਸਿਟ ਪ੍ਰੋਜੈਕਟ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਇਹ ਦੂਜੀ ਵਾਰ ਹੈ ਜਦ ਕੈਨੇਡਾ ਦੂਜੀ ਵਿਸ਼ਵ ਜੰਗ ਤੋਂ ਬਾਅਦ ਸਭ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ। This is the most severe challenge our country has faced since the Second World War. It is our most severe economic shock since the Great Depression and our most severe public health crisis since the Spanish flu a century ago. Canadians should know that their federal government will be there to help them get through it. ਜ਼ਿਕਰਯੋਗ ਹੈ ਕਿ ਕੋਵਿਡ-19 ਤੋਂ ਪਹਿਲਾਂ ਕੈਨੇਡਾ ਦਾ ਡੈਫਿਸਿਟ 2020 ਲਈ $34 ਬਿਲੀਅਨ ਪ੍ਰੋਜੈਕਟ ਕੀਤਾ ਗਿਆ ਸੀ ਅਤੇ ਜੁਲਾਈ 2020 ਤੱਕ ਸਰਕਾਰ ਵੱਲੋਂ ਅਨੁਮਾਨ ਲਗਾਇਆ ਗਿਆ ਸੀ ਕਿ ਇਹ ਡੈਫਿਸਿਟ 10 ਗੁਣਾ ਵੱਧ ਜਾਏਗਾ, ਯਾਨੀ ਕਿ ਡੈਫਿਸਿਟ $343 ਬਿਲੀਅਨ ਹੋ ਜਾਏਗਾ। ਪਰ ਬੀਤੇ ਦਿਨੀ ਰਿਲੀਜ਼ ਕੀਤੀ ਗਈ ਫਾਲ ਇਕਨੋਮਿਕ ਸਟੇਟਮੈਂਟ ਦੇ ਵਿੱਚ ਫਾਈਨੈਂਸ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਨੇ ਦੱਸਿਆ ਕਿ ਇਹ ਡੈਫਿਸਿਟ $381 ਬਿਲੀਅਨ ਤੱਕ ਪਹੁੰਚ ਸਕਦਾ ਹੈ, ਕਿਉਂਕਿ ਫੈਡਰਲ ਸਰਕਾਰ ਵੱਲੋਂ ਨਵੇਂ ਪ੍ਰੋਗਰਾਮਸ ਲਈ $25 ਬਿਲੀਅਨ ਖਰਚੇ ਗਏ ਹਨ। ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਦੱਸਿਆ ਕਿ ਇਸ ਦੌਰਾਨ ਸਰਕਾਰ ਵੱਲੋਂ ਇੰਪਲੋਇਮੈਂਟ ਇੰਸ਼ੋਰੈਂਸ ਪ੍ਰੋਗਰਾਮ ਅਤੇ ਨਿਊ ਸਿਕ ਲੀਵ ਐਂਡ ਕੇਅਰ ਗਿਵਰ ਲੀਵ ਪ੍ਰੋਗਰਾਮ ਵੀ ਸ਼ੁਰੂ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਐਮਰਜੈਂਸੀ ਰਿਸਪੌਂਸ ਐਂਡ ਪ੍ਰੋਗਰਾਮਸ ਫਰੰਟਲਾਈਨ ਉੱਤੇ ਕੰਮ ਕਰ ਰਹੀਆਂ ਲੋਕਲ ਕਮਿਊਨਿਟੀ ਆਰਗੇਨਾਈਜੇਸ਼ਨਸ ਦੀ ਮਦਦ ਅਤੇ ਪ੍ਰੋਵਿੰਸਸ ਲਈ $19.9 ਬਿਲੀਅਨ ਦਾ ਸੇਫ ਰੀਸਟਾਰਟ ਪੈਕੇਜ ਵੀ ਦਿੱਤਾ ਗਿਆ ਹੈ। Canadians and Canadian businesses now have access to a comprehensive package of federal support measures to help them weather shutdowns ordered by public health authorities. ਉਹਨਾਂ ਨੇ ਫਾਲ ਇਕਨੋਮਿਕ ਸਟੇਟਮੈਂਟ ਦਿੰਦਿਆਂ ਦੱਸਿਆ ਕਿ ਫੈਡਰਲ ਸਰਕਾਰ ਵੱਲੋਂ ਕੈਨੇਡਾ ਐਮਰਜੈਂਸੀ ਵੇਜ ਸਬਸਿਡੀ ਅਤੇ ਕੈਨੇਡਾ ਚਾਈਲਡ ਬੈਨੀਫਿਟ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਹੈ। ਏਅਰਲਾਈਨਸ ਅਤੇ ਟੂਰਿਜ਼ਮ ਸੈਕਟਰ ਲਈ ਮਦਦ ਵੀ ਐਲਾਨੀ ਗਈ ਹੈ। ਇਸ ਤੋਂ ਇਲਾਵਾ ਲੌਂਗ ਟਰਮ ਕੇਅਰ ਸੈਂਟਰਸ ਦੀ ਬਿਹਤਰੀ ਲਈ ਪ੍ਰੋਵਿੰਸਸ ਨੂੰ ਫੰਡਿੰਗ ਰਾਹੀਂ ਸਹਿਯੋਗ ਦਿੱਤਾ ਗਿਆ ਹੈ। ਲੋ ਅਤੇ ਮਿਡਲ ਇਨਕਮ ਫੈਮਲੀਜ਼ ਦੇ ਵਿੱਚ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸਹਿਯੋਗ ਲਈ ਕੈਨੇਡਾ ਚਾਈਲਡ ਬੈਨੀਫਿਟ ਕੁਝ ਸਮੇਂ ਲਈ ਵਧਾ ਕੇ $1,200 ਪਰ ਚਾਈਲਡ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹਾਈਲੀ ਅਫੈਕਟਡ ਸੈਕਟਰਸ ਕ੍ਰੈਡਿਟ ਅਵੇਲੇਬਿਲਿਟੀ ਪ੍ਰੋਗਰਾਮ ਰਾਹੀਂ ਅਲਟਰਾ ਲੋ ਰੇਟਸ ਉੱਤੇ 10 ਈਅਰ ਦੀ ਟਰਮਸ ਤੇ $1 ਮਿਲੀਅਨ ਤੱਕ ਦੇ ਲੋਨਸ ਵੀ ਮੁਹੱਈਆ ਕਰਵਾਏ ਜਾਣਗੇ। ਇਸ ਦੇ ਨਾਲ ਹੀ ਸਰਕਾਰ ਮਲਟੀਨੈਸ਼ਨਲ ਕੰਪਨੀਆਂ ਜਿਵੇਂ ਕਿ ਨੈਟਫਲਿਕਸ ਅਤੇ ਐਮਾਜ਼ਨ ਉੱਤੇ GST ਅਤੇ HST ਲਾਉਣ ਦੀ ਤਿਆਰੀ ਕਰ ਰਹੀ ਹੈ ਤਾਂ ਕਿ ਉਹਨਾਂ ਤੋਂ ਬਣਦੀ ਹਿੱਸੇਦਾਰੀ ਵਸੂਲੀ ਜਾ ਸਕੇ। ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਖਿਆ ਕਿ ਇਸ ਸਮੇਂ ਦੇਸ਼ ਦੇ ਵਿੱਚ ਕੋਵਿਡ-19 ਦੀ ਸੈਕੰਡ ਵੇਵ ਚੱਲ ਰਹੀ ਹੈ ਤੇ ਇਸ ਸਮੇਂ ਸਰਕਾਰ ਦੀ ਵਾਇਰਸ ਨਾਲ ਲੜਨਾ ਹੈ। ਉਹਨਾਂ ਨੇ ਕਿਹਾ ਕਿ ਕੈਨੇਡੀਅਨਸ ਦੀ ਸਿਹਤ ਅਤੇ ਸੇਫਟੀ ਦੀ ਹਿਫਾਜ਼ਤ ਕਰਨਾ ਸਾਡੀ ਜ਼ਿੰਮੇਵਾਰੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਆਖਿਆ ਕਿ ਲਿਬਰਲਸ ਵੱਲੋਂ ਹੁਣ ਤੱਕ ਕੀਤੇ ਗਏ ਖਰਚਿਆਂ ਸਦਕਾ ਹੀ ਅਰਥਚਾਰਾ ਸਥਿਰ ਬਣਿਆ ਹੋਇਆ ਹੈ ਤੇ ਇਸ ਲਈ ਸਰਕਾਰ ਵੱਲੋਂ ਇਸ ਪਹੁੰਚ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਕਨੋਮਿਕ ਰਿਕਵਰੀ ਪ੍ਰੋਜੈਕਟਸ ਲਈ ਅਗਲੇ 3 ਸਾਲਾਂ ਤੱਕ ਫੈਡਰਲ ਸਰਕਾਰ ਵੱਲੋਂ $70 ਬਿਲੀਅਨ ਤੋਂ $100 ਬਿਲੀਅਨ ਰਾਖਵੇਂ ਰੱਖੇ ਜਾਣਗੇ। ਇਸ ਸੰਬੰਧੀ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਦਿੱਤੀ ਜਾਏਗੀ। When the virus is under control and our economy is ready for new growth, we will deploy an ambitious stimulus package to jumpstart our recovery. Spending roughly 3 to 4% of GDP over 3 years, our government will make carefully judged, targeted, and meaningful investments to create jobs and boost growth. ਆਖਿਰਕਾਰ 9 ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਕੋਰੋਨਾ ਵਾਇਰਸ ਦੀ ਵੈਕਸੀਨ ਆਈ ਅਤੇ ਹੈਲਥ ਕੈਨੇਡਾ ਵੱਲੋਂ ਫਾਈਜ਼ਰ ਬਾਇਓਨਟੈਕ ਅਤੇ ਮੋਡਰਨਾ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਗਈ ਤੇ ਇਸ ਵੇਲੇ ਕੈਨੇਡਾ ਭਰ ਦੇ ਵਿੱਚ ਫਰੰਟਲਾਈਨ ਵਰਕਰਸ ਅਤੇ ਲੌਂਗ ਟਰਮ ਕੇਅਰ ਸੈਂਟਰ ਦੇ ਰੈਜ਼ੀਡੈਂਟਸ ਅਤੇ ਸਟਾਫ ਨੂੰ ਵੈਕਸੀਨ ਡੋਜ਼ਸ ਦਿੱਤੀਆਂ ਜਾ ਰਹੀਆਂ ਹਨ।
ਗਲੋਬਲ ਪੈਂਡੈਮਿਕ ਦੇ ਲਗਭਗ 1 ਸਾਲ ਬਾਅਦ ਵੱਖ-ਵੱਖ ਦੇਸ਼ਾਂ ਵੱਲੋਂ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਗਈ ਅਤੇ ਵੈਕਸੀਨਸ ਦੀ ਪਹਿਲੀ ਡੋਜ਼ਸ ਦੀ ਸ਼ਿਪਮੈਂਟ 13 ਦਸੰਬਰ ਨੂੰ ਕੈਨੇਡਾ ਪਹੁੰਚੀ ਤੇ 14 ਦਸੰਬਰ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਕੁਝ ਕੈਨੇਡੀਅਨਸ ਨੂੰ ਦਿੱਤੀ ਗਈ। ਕੁਝ ਲੋਕਾਂ ਵੱਲੋਂ ਇਸ ਨੂੰ ਵੀ ਡੇ ਦਾ ਨਾਮ ਵੀ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਵੈਕਸੀਨ ਪ੍ਰੋਗਰਾਮ ਦੀ ਨਿਗਰਾਨੀ ਉੱਘੇ ਫੌਜੀ ਅਧਿਕਾਰੀ ਮੇਜਰ ਜਨਰਲ ਡੈਨੀ ਫੋਰਟਨ ਵੱਲੋਂ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਕੈਨੇਡਾ ਦੇ ਇਤਿਹਾਸ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਇਮਿਊਨਾਈਜੇਸ਼ਨ ਕੈਂਪੇਨ ਵੀ ਦੱਸਿਆ ਗਿਆ ਹੈ। ਕੈਨੇਡਾ ਵੱਲੋਂ ਵੈਕਸੀਨ ਦੀ ਪਹਿਲੀ ਡੋਜ਼ਸ ਉਹਨਾਂ ਨੂੰ ਦੇਣ ਦਾ ਫੈਸਲਾ ਲਿਆ ਗਿਆ ਜੋ ਪੈਂਡੈਮਿਕ ਦੇ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ। ਇਸ ਵਿੱਚ ਲੌਂਗ ਟਰਮ ਕੇਅਰ ਹੋਮਸ ਦੇ ਸਟਾਫ ਅਤੇ ਰੈਜ਼ੀਡੈਂਟਸ ਅਤੇ ਫਰੰਟਲਾਈਨ ਹੈਲਥ ਕੇਅਰ ਵਰਕਰਸ ਵੀ ਸ਼ਾਮਿਲ ਹਨ। ਕੈਨੇਡਾ ਦੀ ਫੈਡਰਲ ਹੈਲਥ ਮਿਨਿਸਟਰ ਪੈਟੀ ਹਾਈਡੂ ਨੇ ਕਿਹਾ ਕਿ ਆਖਰੀ 9 ਮਹੀਨੇ ਉਹਨਾਂ ਕੈਨੇਡੀਅਨਸ ਲਈ ਖਾਸ ਤੌਰ ਤੇ ਜਿਨ੍ਹਾਂ ਦੇ ਰਿਸ਼ਤੇਦਾਰ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਸਨ ਜਾਂ ਫਿਰ ਹੈਲਥ ਕੇਅਰ ਫੈਸਿਲਿਟੀਜ਼ ਦੇ ਵਿੱਚ ਕੰਮ ਕਰਨ ਵਾਲਿਆਂ ਲਈ ਬਹੁਤ ਭਾਰੀ ਰਹੇ ਹਨ। ਪਰ ਹੁਣ ਆਸ ਦੀ ਇੱਕ ਕਿਰਨ ਨਜ਼ਰ ਆ ਰਹੀ ਹੈ ਅਤੇ ਉਮੀਦ ਹੈ ਕਿ ਸਭ ਕੁਝ ਠੀਕ ਹੋ ਜਾਏਗਾ। ਤੇ ਹੁਣ ਗੱਲ ਕਰਾਂਗੇ ਚਾਈਨਾ ਦੇ ਵਿੱਚ ਡਿਟੇਨ 2 ਕੈਨੇਡੀਅਨ ਰੈਜ਼ੀਡੈਂਟਸ ਦੀ। ਕੈਨੇਡਾ ਸਰਕਾਰ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਚਾਈਨਾ ਦੇ ਵਿੱਚ ਡਿਟੇਨ ਕੀਤੇ ਗਏ 2 ਕੈਨੇਡੀਅਨ ਰੈਜ਼ੀਡੈਂਟਸ ਨੂੰ ਜਲਦ ਤੋਂ ਜਲਦ ਰਿਹਾ ਕੀਤਾ ਜਾ ਸਕੇ। ਕੈਨੇਡੀਅਨ ਅਧਿਕਾਰੀਆਂ ਵੱਲੋਂ ਬੀਤੇ ਕਈ ਮਹੀਨਿਆਂ ਤੋਂ ਚਾਈਨਾ ਦੇ ਅਧਿਕਾਰੀਆਂ ਨੂੰ ਸਖਤ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਦੇਸ਼ ਦੇ ਵਿੱਚ ਡਿਟੇਨ ਕੀਤੇ ਗਏ ਕੈਨੇਡੀਅਨਸ ਨੂੰ ਤੁਰੰਤ ਰਿਹਾ ਕਰਨ। ਸਾਬਕਾ ਕੈਨੇਡੀਅਨ ਰਾਜਦੂਤ ਮਾਈਕਲ ਕ੍ਰੋਵਿਕ ਅਤੇ ਉਦਯੋਗਪਤੀ ਮਾਈਕਲ ਸਪੇਵਰ ਇਸ ਵੇਲੇ ਚਾਈਨਾ ਦੇ ਵਿੱਚ ਨਜ਼ਰਬੰਦ ਹਨ। ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੂੰ ਇਹਨਾਂ ਕੈਨੇਡੀਅਨਸ ਦੀ ਕੋਈ ਚਿੰਤਾ ਨਹੀਂ ਹੈ। ਜ਼ਿਕਰਯੋਗ ਹੈ ਕਿ ਯੂਐਸ ਲਾਅ ਐਨਫੋਰਸਮੈਂਟ ਏਜੰਸੀਜ਼ ਦੀ ਅਪੀਲ ਉਤੇ ਕੈਨੇਡਾ ਵੱਲੋਂ ਹੁਆਵੇ ਚੀਫ ਫਾਈਨੈਂਸ਼ੀਅਲ ਆਫਿਸਰ ਮੈਂਗ ਵੌਨਜੂ ਨੂੰ ਬੀਤੇ ਸਾਲ ਵੈਨਕੂਵਰ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਚਾਈਨਾ ਨੇ ਇਹਨਾਂ 2 ਕੈਨੇਡੀਅਨਸ ਨੂੰ ਗ੍ਰਿਫਤਾਰ ਕਰ ਲਿਆ। ਹਾਲਾਂਕਿ ਮੈਂਗ ਵੌਨਜੂ ਨੂੰ ਬਾਅਦ ਵਿੱਚੋਂ ਬੇਲ ਉੱਤੇ ਰਿਹਾ ਕਰ ਦਿੱਤਾ ਗਿਆ ਸੀ, ਪਰ ਇਹ ਦੋਵੇਂ ਕੈਨੇਡੀਅਨਸ ਫਿਲਹਾਲ ਚਾਈਨਾ ਦੀ ਜੇਲ੍ਹ ਵਿੱਚ ਬੰਦ ਹਨ। ਚਾਈਨਾ ਦਾ ਕਹਿਣਾ ਹੈ ਕਿ ਇਹਨਾਂ ਨੇ ਦੇਸ਼ ਦੀ ਕੌਮੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਇਆ ਹੈ। ਕਾਬਲੇ ਗੌਰ ਹੈ ਕਿ ਇਸ ਪੂਰੇ ਮਾਮਲੇ ਨੇ ਦੋਹਾਂ ਦੇਸ਼ਾਂ ਦਰਮਿਆਨ ਮਤਭੇਦ ਵੀ ਪੈਦਾ ਕਰ ਦਿੱਤੇ ਹਨ। ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਸਾਡੀ ਇੱਕ ਖਾਸ ਪੇਸ਼ਕਸ਼ ਜਾਰੀ ਰਹੇਗੀ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਸਾਲ 2020 ਦੀ ਸ਼ੁਰੂਆਤ ਹੋਈ ਇੱਕ ਅਜਿਹੇ ਹਾਦਸੇ ਦੇ ਨਾਲ ਜਿਸ ਨਾਲ ਪੂਰੀ ਦੁਨੀਆ ਦੇ ਵਿੱਚ ਸੋਗ ਛਾ ਗਿਆ। ਅਸੀਂ ਗੱਲ ਕਰ ਰਹੇ ਹਾਂ ਯੂਕਰੇਨੀਅਨ ਇੰਟਰਨੈਸ਼ਨਲ 에ਅਰਲਾਈਨ ਫਲਾਈਟ 752 ਦੀ। ਇਸ ਫਲਾਈਟ ਨੇ ਤਹਿਰਾਨ ਤੋਂ ਉਡਾਨ ਭਰੀ, ਪਰ ਕੁਝ ਹੀ ਮਿੰਟਾਂ ਬਾਅਦ ਇਰਾਨੀਅਨ 에ਅਰਬੇਸ ਵੱਲੋਂ ਗਲਤੀ ਦੇ ਨਾਲ ਮਿਜ਼ਾਈਲ ਅਟੈਕ ਕੀਤਾ ਗਿਆ ਤੇ ਇਸ ਫਲਾਈਟ ਦੇ ਵਿੱਚ ਸਾਰੇ 176 ਯਾਤਰੀਆਂ ਦੀ ਮੌਤ ਹੋ ਗਈ ਸੀ। 8 ਜਨਵਰੀ ਨੂੰ ਵਾਪਰੇ ਯੂਕਰੇਨੀਅਨ ਫਲਾਈਟ 752 ਦੇ ਹਾਦਸੇ ਦੇ ਵਿੱਚ 176 ਲੋਕਾਂ ਦੀ ਮੌਤ ਹੋਈ, ਜਿਸ ਵਿੱਚੋਂ 55 ਕੈਨੇਡੀਅਨ ਸਿਟੀਜ਼ਨ ਸਨ ਅਤੇ 30 ਯਾਤਰੀ ਪਰਮਨੈਂਟ ਰੈਜ਼ੀਡੈਂਟ ਸਨ। ਇਸ ਹਾਦਸੇ ਦੇ ਵਿੱਚ ਕੈਨੇਡਾ ਦੀ ਕਈ ਯੂਨੀਵਰਸਿਟੀ ਸਟੂਡੈਂਟਸ ਅਤੇ ਨਵ ਵਿਆਹੇ ਜੋੜੇ ਵੀ ਸ਼ਾਮਲ ਸਨ। ਅਫਗਾਨਿਸਤਾਨ, ਕੈਨੇਡਾ, ਸਵੀਡਨ, ਯੂਕਰੇਨ ਅਤੇ ਯੂਨਾਈਟਿਡ ਕਿੰਗਡਮ ਵੱਲੋਂ ਇਸ ਹਾਦਸੇ ਦੀ ਪੂਰੀ ਅਤੇ ਟ੍ਰਾਂਸਪੇਰੈਂਟ ਇਨਵੈਸਟੀਗੇਸ਼ਨ ਲਈ ਇੰਟਰਨੈਸ਼ਨਲ ਕੋਆਰਡੀਨੇਸ਼ਨ ਐਂਡ ਰਿਸਪੌਂਸ ਗਰੁੱਪ ਵੀ ਕਾਇਮ ਕੀਤਾ ਗਿਆ ਤਾਂ ਜੋ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੇ ਪਰਿਵਾਰਾਂ ਨੂੰ ਇਨਸਾਫ ਮਿਲ ਸਕੇ। ਜੇ ਗੱਲ ਕਰੀਏ ਹਾਦਸੇ ਦੇ ਕਾਰਨਾਂ ਦੀ ਤੇ ਈਰਾਨ ਦੀ ਕੁਰਦ ਸੈਨਾ ਦੇ ਮੁਖੀ ਜਨਰਲ ਕਾਸਿਮ ਸੁਲੇਮਾਨੀ ਦੇ ਅਮਰੀਕੀ ਹਵਾਈ ਹਮਲੇ ਦੇ ਵਿੱਚ ਮਾਰੇ ਜਾਣ ਤੋਂ ਬਾਅਦ ਇਰਾਕ ਸਮੇਤ ਮੱਧ ਪੂਰਬ ਦੇਸ਼ਾਂ ਦੇ ਵਿੱਚ ਤਣਾਅ ਕਾਫੀ ਵੱਧ ਗਿਆ ਸੀ ਅਤੇ ਇਰਾਕ ਦੀ ਪਾਰਲੀਮੈਂਟ ਨੇ ਵੋਟ ਪਾ ਕੇ ਅਮਰੀਕੀ ਫੌਜੀ ਟੁਕੜੀਆਂ ਨੂੰ ਦੇਸ਼ ਵਿੱਚੋਂ ਕੱਢਣ ਦਾ ਮਤਾ ਪਾਸ ਕੀਤਾ, ਜਿਸ ਤੋਂ ਬਾਅਦ ਈਰਾਨ ਅਤੇ ਅਮਰੀਕਾ ਦਰਮਿਆਨ ਤਣਾਅ ਕਾਫੀ ਵੱਧ ਗਿਆ। ਦੋਹਾਂ ਦੇਸ਼ਾਂ ਵੱਲੋਂ ਇੱਕ ਦੂਜੇ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ। ਜ਼ਿਕਰਯੋਗ ਹੈ ਕਿ ਇਹ ਹਾਦਸਾ ਈਰਾਨ ਵੱਲੋਂ ਇਰਾਕ ਦੇ ਵਿੱਚ 2 ਮਿਲਟਰੀ ਯੂਐਸ ਬੇਸਿਸ ਉੱਤੇ ਹਮਲਾ ਕਰਨ ਤੋਂ ਬਾਅਦ ਵਾਪਰਿਆ ਸੀ ਅਤੇ ਕੁਝ ਹੀ ਦਿਨਾਂ ਬਾਅਦ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਮਿਲਟਰੀ ਜਾਂਚ ਅਨੁਸਾਰ ਈਰਾਨ ਵੱਲੋਂ ਮਿਜ਼ਾਈਲ ਅਟੈਕ ਗਲਤੀ ਦੇ ਨਾਲ ਯੂਕਰੇਨੀਅਨ ਜਹਾਜ਼ ਉੱਤੇ ਕੀਤਾ ਗਿਆ ਹੈ।
ਕਾਬਲੇ ਗੌਰ ਹੈ ਕਿ ਇਸ ਘਟਨਾ ਦੀ ਜਾਂਚ ਲਈ ਕੈਨੇਡਾ ਵੱਲੋਂ ਨਿਯੁਕਤ ਕੀਤੇ ਗਏ ਸਪੈਸ਼ਲ ਐਡਵਾਈਜ਼ਰ ਰੈਲਫ ਗੁਡੇਲ ਦਾ ਕਹਿਣਾ ਹੈ ਕਿ ਕਿਉਂਕਿ ਇਹ ਹਾਦਸਾ ਇਰਾਨੀਅਨ ਮਿਲਟਰੀ ਦੇ ਐਕਸ਼ਨਸ ਦੇ ਕਾਰਨ ਹੋਇਆ ਹੈ, ਇਸ ਕਰਕੇ ਈਰਾਨ ਨੂੰ ਇਸ ਘਟਨਾ ਦੀ ਜਾਂਚ ਨਹੀਂ ਕਰਨੀ ਚਾਹੀਦੀ। ਅਤੇ ਇਸ ਦੇ ਜਵਾਬ ਦੇ ਵਿੱਚ ਈਰਾਨ ਦੇ ਫੋਰਨ ਅਫੇਅਰਸ ਮਿਨਿਸਟਰੀ ਦੇ ਸਪੋਕਸਪਰਸਨ ਸੈਯਦ ਖਾਤਿਬਜ਼ਾਦੇ ਨੇ ਕੈਨੇਡਾ ਦੇ ਫੋਰਨ ਅਫੇਅਰਸ ਮਿਨਿਸਟਰ ਫਰਾਂਸਵਾ ਫਿਲਿਪ ਸ਼ੈਂਪੇਨ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੀਆਂ ਸੀਮਾਵਾਂ ਨੂੰ ਸਮਝਣ ਅਤੇ ਆਪਣੀਆਂ ਚਾਰ ਦੀਵਾਰਾਂ ਦੇ ਵਿੱਚ ਹੀ ਗੱਲ ਕਰਨ, ਨਹੀਂ ਤੇ ਸਾਡੇ ਵੱਲੋਂ ਉਹਨਾਂ ਨੂੰ ਵੱਖਰਾ ਜਵਾਬ ਪ੍ਰਾਪਤ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਘਟਨਾ ਨੂੰ ਧਿਆਨ 'ਚ ਰੱਖਦਿਆਂ ਹਾਲ ਹੀ ਵਿੱਚ ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ ਕੈਨੇਡਾ ਵਿੱਚ ਹਰ ਸਾਲ 8 ਜਨਵਰੀ ਨੂੰ ਨੈਸ਼ਨਲ ਡੇ ਆਫ ਰਿਮੈਂਬਰੈਂਸ ਫਾਰ ਵਿਕਟਿਮਸ ਆਫ 에ਅਰ ਡਿਜ਼ਾਸਟਰਸ ਵਜੋਂ ਮਨਾਏ ਜਾਣ ਦਾ ਐਲਾਨ ਕੀਤਾ ਗਿਆ ਹੈ। ਸਾਲ 2020 ਦੀ ਸ਼ੁਰੂਆਤ ਦੇ ਵਿੱਚ ਓਨਟਾਰੀਓ ਭਰ ਦੀ ਟੀਚਰ ਯੂਨੀਅਨਸ ਵੱਲੋਂ ਹੜਤਾਲ ਦਾ ਸਿਲਸਿਲਾ ਜਾਰੀ ਰਿਹਾ। 1997 ਤੋਂ ਬਾਅਦ ਇਹ ਪਹਿਲੀ ਵਾਰ ਸੀ ਜਦ ਸਾਰੇ ਐਜੂਕੇਸ਼ਨ ਵਰਕਰਸ ਨੇ ਇਕੱਠੇ ਹੋ ਕੇ ਹੜਤਾਲ ਕੀਤੀ, ਜਿਸ ਨਾਲ 2 ਮਿਲੀਅਨ ਦੇ ਕਰੀਬ ਵਿਦਿਆਰਥੀ ਪ੍ਰਭਾਵਿਤ ਹੋਏ। ਓਨਟਾਰੀਓ ਦੀ ਟੀਚਰ ਯੂਨੀਅਨਸ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੂਬੇ ਭਰ ਦੇ ਵਿੱਚ ਕਈ ਮਹੀਨਿਆਂ ਤੱਕ ਹੜਤਾਲ ਕੀਤੀ ਗਈ। ਇਸ ਹੜਤਾਲ ਕਾਰਨ 1.4 ਮਿਲੀਅਨ ਐਲੀਮੈਂਟਰੀ ਵਿਦਿਆਰਥੀ ਅਤੇ 5 ਲੱਖ ਹਾਈ ਸਕੂਲ ਵਿਦਿਆਰਥੀ ਪ੍ਰਭਾਵਿਤ ਹੋਏ। ਟੀਚਰ ਯੂਨੀਅਨਸ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਸੂਬਾ ਸਰਕਾਰ ਕਲਾਸ ਸਾਈਜ਼ਸ ਘਟਾਵੇ, ਫਰੰਟਲਾਈਨ ਅਸਿਸਟੈਂਟਸ ਦੇ ਵਿੱਚ ਕਮੀ ਨੂੰ ਪੂਰਾ ਕਰੇ ਅਤੇ ਈ-ਲਰਨਿੰਗ ਕੋਰਸਿਸ ਨੂੰ ਲਾਜ਼ਮੀ ਨਾ ਕੀਤਾ ਜਾਵੇ। ਇਸ ਦੇ ਨਾਲ ਹੀ ਇਹ ਵੀ ਮੰਗ ਕੀਤੀ ਗਈ ਕਿ ਸਰਕਾਰ ਸਿੱਖਿਆ ਖੇਤਰ ਦੇ ਵਿੱਚ ਕੀਤੀਆਂ ਗਈਆਂ ਕਟੌਤੀਆਂ ਦੇ ਫੈਸਲੇ ਨੂੰ ਵਾਪਸ ਲਵੇ। ਓਨਟਾਰੀਓ ਦੇ ਲੇਬਰ ਗਰੁੱਪਸ ਨੇ ਦੱਸਿਆ ਕਿ 1997 ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਕਿ ਸਾਰੀਆਂ ਵੱਡੀਆਂ ਯੂਨੀਅਨਸ ਦੇ ਅਧਿਆਪਕ ਅਤੇ ਐਜੂਕੇਸ਼ਨ ਵਰਕਰਸ ਨੇ ਇਕੱਠੇ ਹੋ ਕੇ ਹੜਤਾਲ ਕੀਤੀ। ਟੀਚਰ ਯੂਨੀਅਨਸ ਅਤੇ ਸਰਕਾਰ ਦਰਮਿਆਨ ਹੋਈਆਂ ਕਈ ਬੈਠਕਾਂ ਦੇ ਬਾਵਜੂਦ ਇਹ ਡੀਲ ਕਈ ਮਹੀਨਿਆਂ ਤੱਕ ਸਿਰੇ ਨਹੀਂ ਚੜ੍ਹੀ। ਓਨਟਾਰੀਓ ਦੇ ਅਧਿਆਪਕ ਅਤੇ ਸਿੱਖਿਆ ਕਰਮਚਾਰੀਆਂ ਵੱਲੋਂ ਠੰਡ ਅਤੇ ਮੀਂਹ ਦੇ ਬਾਵਜੂਦ ਵਿਧਾਨ ਸਭਾ ਦੇ ਬਾਹਰ ਕਈ ਵਿਰੋਧ ਪ੍ਰਦਰਸ਼ਨ ਕੀਤੇ ਗਏ ਅਤੇ ਇਹਨਾਂ ਦੇ ਸਮਰਥਨ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕੀ ਇਕੱਤਰ ਹੋਏ। ਜ਼ਿਕਰਯੋਗ ਹੈ ਕਿ ਕਈ ਮਹੀਨਿਆਂ ਤੱਕ ਚੱਲੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਆਖਿਰਕਾਰ ਟੀਚਰ ਯੂਨੀਅਨਸ ਅਤੇ ਸਰਕਾਰ ਵੱਲੋਂ ਸਮਝੌਤਾ ਕਰ ਲਿਆ ਗਿਆ। ਇਸ ਡੀਲ ਤਹਿਤ 3 ਸਾਲਾਂ ਲਈ ਅਧਿਆਪਕਾਂ ਨੂੰ ਤਨਖਾਹ ਦੇ ਵਿੱਚ ਹਰ ਸਾਲ 1% ਦਾ ਵਾਧਾ ਅਤੇ ਇਸ ਦੇ ਨਾਲ ਹੀ ਬੈਨੀਫਿਟਸ ਦੇ ਵਿੱਚ 4% ਸਾਲਾਨਾ ਵਾਧਾ ਦਿੱਤਾ ਜਾਏਗਾ। ਇਸ ਸਮਝੌਤੇ ਦੇ ਵਿੱਚ ਇਹ ਵੀ ਆਖਿਆ ਗਿਆ ਕਿ ਸਪੋਰਟ ਫॉर ਸਟੂਡੈਂਟਸ ਫੰਡ ਲਈ $99 ਮਿਲੀਅਨ ਰੱਖੇ ਜਾਣਗੇ। ਜ਼ਿਕਰਯੋਗ ਹੈ ਕਿ ਓਨਟਾਰੀਓ ਸਰਕਾਰ ਨੇ 29 ਅਕਤੂਬਰ 2020 ਤੋਂ ਸੂਬੇ ਦੇ ਕੰਟਰੋਵਰਸ਼ੀਅਲ ਟੀਚਰ ਹਾਇਰਿੰਗ ਰੈਗੂਲੇਸ਼ਨ ਨੂੰ ਵੀ ਖਤਮ ਕਰ ਦਿੱਤਾ ਹੈ। ਰੈਗੂਲੇਸ਼ਨ 274 ਅਧੀਨ ਟੀਚਰਸ ਨੂੰ ਸੀਨੀਅਰਿਟੀ ਦੇ ਆਧਾਰ ਉੱਤੇ ਭਰਤੀ ਕੀਤਾ ਜਾਂਦਾ ਸੀ। ਸਰਕਾਰ ਨੇ ਕਿਹਾ ਕਿ ਨਵੇਂ ਨਿਯਮ ਅਨੁਸਾਰ ਟੀਚਰਸ ਨੂੰ ਮੈਰਿਟਸ ਅਤੇ ਕੁਆਲੀਫਿਕੇਸ਼ਨ ਦੇ ਆਧਾਰ ਉੱਤੇ ਭਰਤੀ ਕੀਤਾ ਜਾਏਗਾ। ਸਾਲ 2020 ਦੇ ਵਿੱਚ ਕਈ ਵਿਰੋਧ ਪ੍ਰਦਰਸ਼ਨ ਵੀ ਕੀਤੇ ਗਏ। ਰੇਸਿਜ਼ਮ ਦੀਆਂ ਵੱਧਦੀਆਂ ਘਟਨਾਵਾਂ ਨੂੰ ਵੇਖਦਿਆਂ ਬਲੈਕ ਲਾਈਵਸ ਮੈਟਰ ਪ੍ਰੋਟੈਸਟ ਕੀਤੇ ਗਏ ਅਤੇ ਸਿਸਟਮਿਕ ਰੇਸਿਜ਼ਮ ਨੂੰ ਖਤਮ ਕਰਨ ਦੀ ਮੰਗ ਵੀ ਕੀਤੀ ਗਈ। ਨਸਲਵਾਦ ਅਤੇ ਪੁਲਿਸ ਵੱਲੋਂ ਕੀਤੇ ਜਾਣ ਵਾਲੀ ਧੱਕੇਸ਼ਾਹੀ ਖਿਲਾਫ ਕੈਨੇਡਾ ਭਰ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ ਗਏ। ਅਮਰੀਕੀ ਰੈਜ਼ੀਡੈਂਟ ਜਾਰਜ ਫਲੋਇਡ ਦਾ ਇੱਕ ਪੁਲਿਸ ਅਧਿਕਾਰੀ ਵੱਲੋਂ ਕਤਲ ਕੀਤੇ ਜਾਣ ਤੋਂ ਬਾਅਦ ਅਮਰੀਕਾ ਦੇ ਵਿੱਚ ਵੱਡੀ ਤਾਦਾਦ ਉੱਤੇ ਵਿਰੋਧ ਪ੍ਰਦਰਸ਼ਨ ਹੋਏ, ਜਿਸ ਦੌਰਾਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕੀ ਗ੍ਰਿਫਤਾਰ ਵੀ ਕੀਤੇ ਗਏ ਸਨ। ਪੈਂਡੈਮਿਕ ਦੇ ਬਾਵਜੂਦ ਕੈਨੇਡਾ ਵਿੱਚ ਵੀ ਲੋਕੀ ਸੜਕਾਂ ਤੇ ਉਤਰੇ ਅਤੇ ਬਲੈਕ ਲਾਈਵਸ ਮੈਟਰ ਦੇ ਨਾਅਰੇ ਲਗਾਏ ਗਏ ਤੇ ਮੰਗ ਕੀਤੀ ਗਈ ਕਿ ਰੇਸਿਜ਼ਮ ਨੂੰ ਖਤਮ ਕੀਤਾ ਜਾਵੇ। ਇਸ ਦੇ ਨਾਲ ਹੀ ਓਨਟਾਰੀਓ ਦੇ ਵਿੱਚ ਕੀਤੇ ਗਏ ਧਰਨਿਆਂ ਦੌਰਾਨ ਇਹ ਵੀ ਮੰਗ ਕੀਤੀ ਗਈ ਕਿ ਸੂਬਾ ਸਰਕਾਰ ਸੂਬੇ ਦੇ ਸਕੂਲਾਂ ਦੇ ਵਿੱਚ ਰੇਸਿਜ਼ਮ ਖਤਮ ਕਰੇ ਤੇ ਬਲੈਕ, ਇੰਡੀਜਨਸ ਅਤੇ ਰੇਸ਼ੀਅਲਾਈਜ਼ਡ ਬੱਚਿਆਂ ਨੂੰ ਬਰਾਬਰ ਦੇ ਮੌਕੇ ਦਿੱਤੇ ਜਾਣ। ਜ਼ਿਕਰਯੋਗ ਹੈ ਕਿ ਇਸ ਮੁੱਦੇ ਨੂੰ ਐਡਰੈਸ ਕਰਨ ਲਈ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਐਂਟੀ ਰੇਸਿਜ਼ਮ ਕਾਉਂਸਲ ਕਾਇਮ ਕਰਨ ਦਾ ਐਲਾਨ ਕੀਤਾ ਗਿਆ ਸੀ।
ਅਤੇ ਹੁਣ ਕੁਝ ਹੀ ਦਿਨਾਂ ਪਹਿਲਾਂ ਓਨਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲੈਚੇ ਨੇ ਐਲਾਨ ਕੀਤਾ ਕਿ ਓਨਟਾਰੀਓ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਟਰਸਟੀਜ਼ ਅਤੇ ਸੀਨੀਅਰ ਬੋਰਡ ਸਟਾਫ ਨੂੰ ਪ੍ਰੋਵਿੰਸ ਵਾਈਡ ਮਿਨਿਸਟਰੀ ਆਫ ਐਜੂਕੇਸ਼ਨ ਐਂਟੀ ਰੇਸਿਜ਼ਮ ਟ੍ਰੇਨਿੰਗ ਦਿੱਤੀ ਜਾਏਗੀ। An extraordinary year to keep students safe and to keep our schools open. Your participation today in this learning demonstrates a collective resolve to overcome the systemic barriers, the discrimination and racism that does exist within schools within this province and our country. When I met with the leaders of the trustees associations early this year to talk about the need for this type of training for our elected trustees, they were unequivocal and united in agreement. And I want to thank each and every one of them for their support. As minister, I am firmly committed to promoting equity and driving real transformational change for our kids after so long of waiting for a system that works for them. ਭਾਰਤ ਦੇ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਦੁਨੀਆ ਭਰ ਤੋਂ ਸਮਰਥਨ ਮਿਲਿਆ। ਜੇ ਗੱਲ ਕਰੀਏ ਕੈਨੇਡਾ ਦੀ ਤੇ ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਕਈ ਪ੍ਰੋਟੈਸਟ ਅਤੇ ਕਾਰ ਰੈਲੀਆਂ ਵੀ ਆਯੋਜਿਤ ਕੀਤੀਆਂ ਗਈਆਂ। ਭਾਰਤ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਦੀ ਹਮਾਇਤ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਵਸਦੀ ਬਹੁਗਿਣਤੀ ਪੰਜਾਬੀ ਕਮਿਊਨਿਟੀ ਵੱਲੋਂ ਵੀ ਆਪੋ ਆਪਣੇ ਢੰਗ ਦੇ ਨਾਲ ਅੰਦੋਲਨ ਦੀ ਹਮਾਇਤ ਕੀਤੀ ਜਾ ਰਹੀ ਹੈ। ਬ੍ਰੈਂਪਟਨ ਦੇ ਵਿੱਚ ਕਿਸਾਨ ਮਜ਼ਦੂਰ ਅੰਦੋਲਨ ਦੀ ਹਮਾਇਤ ਦੇ ਵਿੱਚ ਪੰਜਾਬੀ ਭਾਈਚਾਰੇ ਸਣੇ ਵੱਖ-ਵੱਖ ਸੂਬਿਆਂ ਤੋਂ ਆਏ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਇਹਨਾਂ ਰੋਸ ਪ੍ਰਦਰਸ਼ਨ ਦੇ ਨਾਲ-ਨਾਲ ਟੋਰਾਂਟੋ ਡਾਊਨਟਾਊਨ ਦੇ ਵਿੱਚ ਪ੍ਰੋਟੈਸਟ ਵੀ ਕੀਤਾ ਗਿਆ, ਜਿੱਥੇ ਮੀਂਹ ਪੈਣ ਦੇ ਬਾਵਜੂਦ ਵੱਡੀ ਤਾਦਾਦ ਦੇ ਵਿੱਚ ਲੋਕੀ ਪਹੁੰਚੇ। ਇਸ ਦੌਰਾਨ ਕੌਂਸਲੇਟ ਦਫ਼ਤਰ ਦੇ ਬਾਹਰ ਵੀ ਕਿਸਾਨਾਂ ਦੇ ਸਮਰਥਨ ਦੇ ਵਿੱਚ ਆਵਾਜ਼ ਬੁਲੰਦ ਕੀਤੀ ਗਈ। ਅਜਿਹੇ ਹੀ ਕਈ ਪੀਸਫੁਲ ਪ੍ਰੋਟੈਸਟ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਸਰੀ, ਵਿਨੀਪੈਗ, ਰਜਾਇਨਾ ਅਤੇ ਮੌਂਟਰੀਅਲ ਦੇ ਵਿੱਚ ਵੀ ਵੇਖਣ ਨੂੰ ਮਿਲੇ। ਇਸ ਦੌਰਾਨ ਕਾਰ ਰੈਲੀਆਂ ਵੀ ਕੱਢੀਆਂ ਗਈਆਂ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕੀ ਆਪਣੇ ਪਰਿਵਾਰਾਂ ਸਮੇਤ ਹਾਜ਼ਰ ਰਹੇ। ਬੇਹੱਦ ਠੰਡੇ ਮੌਸਮ ਦੇ ਬਾਵਜੂਦ ਸਮੁੱਚੇ ਭਾਈਚਾਰੇ ਦੀ ਭਰਵੀਂ ਸ਼ਮੂਲੀਅਤ ਵੇਖਣ ਨੂੰ ਮਿਲੀ। ਇਸ ਦੌਰਾਨ ਨੌਜਵਾਨਾਂ ਵੱਲੋਂ ਵੀ ਕਿਸਾਨਾਂ ਦੇ ਹੱਕ ਵਿੱਚ ਪੋਸਟਰ ਲਹਿਰਾਏ ਗਏ ਅਤੇ ਬੈਨਰਸ ਰਾਹੀਂ ਆਪਣਾ ਸੁਨੇਹਾ ਸ਼ਹਿਰ ਵਾਸੀਆਂ ਤੱਕ ਪਹੁੰਚਾਇਆ ਗਿਆ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਕੰਜ਼ਰਵੇਟਿਵ ਲੀਡਰ ਐਰੀਨ ਓਟੂਲ ਅਤੇ NDP ਲੀਡਰ ਜਗਮੀਤ ਸਿੰਘ ਨੇ ਵੀ ਇਸ ਸੰਬੰਧੀ ਬਿਆਨ ਦਿੱਤੇ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਕੈਨੇਡਾ ਹਮੇਸ਼ਾ ਸ਼ਾਂਤਮਈ ਪ੍ਰਦਰਸ਼ਨ ਦੇ ਅਧਿਕਾਰ ਦਾ ਸਮਰਥਨ ਕਰਦਾ ਹੈ। Canada will always stand up for the right of peaceful protest anywhere around the world, and we're pleased to see moves towards de-escalation and dialogue. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਦਿੱਤੇ ਗਏ ਬਿਆਨ ਤੋਂ ਬਾਅਦ ਭਾਰਤ ਦੇ ਸਾਬਕਾ ਡਿਪਲੋਮੈਟਸ ਨੇ ਖਫਾ ਹੋ ਕੇ ਜਸਟਿਨ ਟਰੂਡੋ ਦੇ ਕੋਲ ਰੋਸ ਜ਼ਾਹਿਰ ਕੀਤਾ। ਇਸ ਸੰਬੰਧੀ ਉਹਨਾਂ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਖੁੱਲ੍ਹੀ ਚਿੱਠੀ ਵੀ ਲਿਖੀ। ਇਸ ਚਿੱਠੀ ਉੱਤੇ ਭਾਰਤ ਦੇ 22 ਸਾਬਕਾ ਡਿਪਲੋਮੈਟਸ ਦੇ ਹਸਤਾਖਰ ਹਨ। ਇਹਨਾਂ ਵਿੱਚ ਕੈਨੇਡਾ ਦੇ ਵਿੱਚ ਹਾਈ ਕਮਿਸ਼ਨਰ ਰਹੇ ਵਿਸ਼ਨੂੰ ਪ੍ਰਕਾਸ਼ ਵੀ ਸ਼ਾਮਿਲ ਹਨ। ਇੰਡੀਅਨ ਅੰਬੈਸਡਰ ਗਰੁੱਪ ਵੱਲੋਂ ਲਿਖੇ ਇਸ ਖੁੱਲ੍ਹੇ ਪੱਤਰ ਦੇ ਵਿੱਚ ਜਸਟਿਨ ਟਰੂਡੋ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਕਿਹਾ ਗਿਆ ਸੀ ਕਿ ਲਿਬਰਲ ਪਾਰਟੀ ਦੇ ਵੋਟਰਾਂ ਦੇ ਇੱਕ ਹਿੱਸੇ ਨੂੰ ਖੁਸ਼ ਕਰਨ ਲਈ ਭਾਰਤ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਸਪਸ਼ਟ ਦਖਲਅੰਦਾਜ਼ੀ ਪੂਰੀ ਤਰ੍ਹਾਂ ਮਨਜ਼ੂਰ ਨਹੀਂ ਅਤੇ ਇਸ ਨਾਲ ਦੋਹਾਂ ਦੇਸ਼ਾਂ ਦੇ ਸੰਬੰਧਾਂ ਉੱਤੇ ਅਸਰ ਪਵੇਗਾ। ਇੰਨਾ ਹੀ ਨਹੀਂ, ਵੱਖ-ਵੱਖ ਮੈਂਬਰ ਪਾਰਲੀਮੈਂਟਸ ਵੱਲੋਂ ਵੀ ਸੋਸ਼ਲ ਮੀਡੀਆ ਉੱਤੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਪੋਸਟ ਕੀਤੇ ਗਏ ਅਤੇ ਕਿਹਾ ਗਿਆ ਕਿ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿੰਦਿਆਂ ਕਿਸਾਨਾਂ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਹੱਕ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਰਕਾਰ ਇਹਨਾਂ ਖੇਤੀ ਕਾਨੂੰਨਾਂ ਨਾਲ ਕਾਰਪੋਰੇਟਸ ਨੂੰ ਲਾਭ ਦੇਣਾ ਚਾਹੁੰਦੀ ਹੈ, ਨਾ ਕਿ ਕਿਸਾਨਾਂ ਨੂੰ, ਅਤੇ ਕਿਸਾਨ ਖੇਤੀ ਨੂੰ ਕਾਰਪੋਰੇਟ ਨਹੀਂ ਹੋਣ ਦੇਣਗੇ। ਪਹਿਲੀ
ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਦੁਨੀਆ ਭਰ ਦੇ ਵਿੱਚ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਜੇ ਗੱਲ ਕਰੀਏ ਕੈਨੇਡਾ ਦੀ ਤੇ ਕੈਨੇਡਾ ਦੇ ਵਿੱਚ ਵਸਦੀ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਵੱਖ-ਵੱਖ ਸਿਟੀ ਗਵਰਨਮੈਂਟਸ ਵੱਲੋਂ ਤੋਹਫੇ ਦਿੱਤੇ ਗਏ। ਇਹ ਤੋਹਫੇ ਸਨ ਵੱਖ-ਵੱਖ ਸਟਰੀਟਸ ਅਤੇ ਡਿਪਾਰਟਮੈਂਟਸ ਨੂੰ ਗੁਰੂ ਨਾਨਕ ਦੇਵ ਜੀ ਦਾ ਨਾਮ ਦੇਣਾ ਤੇ ਸ਼ੁਰੂਆਤ ਹੋਈ ਪੰਜਾਬੀਆਂ ਦੇ ਗੜ ਮੰਨੇ ਜਾਂਦੇ ਇਲਾਕੇ ਬ੍ਰੈਂਪਟਨ ਤੋਂ। ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸੈਲੀਬ੍ਰੇਟ ਕਰਦਿਆਂ ਬ੍ਰੈਂਪਟਨ ਸਿਟੀ ਵੱਲੋਂ ਡਿਕਸੀ ਰੋਡ ਤੋਂ ਗ੍ਰੇਟ ਲੇਕਸ ਰੋਡ ਤੱਕ ਪੀਟਰ ਰੌਬਰਟਸਨ ਬੁਲੇਵਾਰਡ ਦੇ ਇੱਕ ਸੈਕਸ਼ਨ ਨੂੰ ਗੁਰੂ ਨਾਨਕ ਸਟਰੀਟ ਦਾ ਨਾਮ ਦਿੱਤਾ ਗਿਆ ਅਤੇ ਇਸ ਲਈ ਇੱਕ ਖਾਸ ਸਮਾਗਮ ਵੀ ਉਲੀਕਿਆ ਗਿਆ ਸੀ। ਐਨਆਈ ਨੇ ਬ੍ਰੈਂਪਟਨ ਸਿਵਿਕ ਹਸਪੀਟਲ ਲਈ ਸਿੱਖਾਂ ਵੱਲੋਂ ਪਾਏ ਯੋਗਦਾਨ ਲਈ ਹਸਪੀਟਲ ਦੇ ਐਮਰਜੈਂਸੀ ਡਿਪਾਰਟਮੈਂਟ ਨੂੰ ਗੁਰੂ ਨਾਨਕ ਐਮਰਜੈਂਸੀ ਡਿਪਾਰਟਮੈਂਟ ਦਾ ਨਾਮ ਵੀ ਦਿੱਤਾ ਗਿਆ। ਇਸ ਤੋਂ ਇਲਾਵਾ ਸਰੀ ਦੀ ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ ਸੁਸਾਇਟੀ ਪਿਕਸ ਵੱਲੋਂ ਸਾਊਥ ਏਸ਼ੀਅਨ ਸੀਨੀਅਰਜ਼ ਲਈ ਨਵੀਂ ਬਣਾਈ ਜਾ ਰਹੀ ਲੌਂਗ ਟਰਮ ਕੇਅਰ ਫੈਸਿਲਿਟੀ ਨੂੰ ਵੀ ਗੁਰੂ ਨਾਨਕ ਦੇਵ ਡਾਇਵਰਸਿਟੀ ਵਿਲੇਜ ਦਾ ਨਾਮ ਦੇਣ ਦਾ ਐਲਾਨ ਕੀਤਾ ਗਿਆ। ਪਿਕਸ ਦੇ ਪ੍ਰੈਜ਼ੀਡੈਂਟ ਅਤੇ CEO ਸਤਬੀਰ ਸਿੰਘ ਚੀਮਾ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸੈਲੀਬ੍ਰੇਟ ਕਰਦਿਆਂ ਭਾਰਤ ਤੋਂ ਬਾਹਰ ਇਹ ਪਹਿਲਾ ਸਭ ਤੋਂ ਵੱਡਾ ਪ੍ਰੋਜੈਕਟ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਵਸਦੀ ਸਿੱਖ ਕਮਿਊਨਿਟੀ ਵੱਲੋਂ ਦੇਸ਼ ਦੇ ਆਰਥਿਕ, ਸਿਆਸੀ ਅਤੇ ਸੱਭਿਆਚਾਰਕ ਕੰਮਾਂ ਦੇ ਵਿੱਚ ਅਹਿਮ ਯੋਗਦਾਨ ਪਾਇਆ ਗਿਆ ਹੈ, ਜਿਸ ਨੂੰ ਹਰ ਸਾਲ ਵੱਖੋ ਵੱਖਰੇ ਢੰਗ ਦੇ ਨਾਲ ਸੈਲੀਬ੍ਰੇਟ ਕੀਤਾ ਜਾਂਦਾ ਹੈ। ਸੋ ਦੋਸਤੋ, ਸਾਲ 2020 ਕਾਫੀ ਵੱਖਰਾ ਸੀ। ਅਸੀਂ ਉਮੀਦ ਕਰਦੇ ਹਾਂ ਕਿ ਨਵੇਂ ਸਾਲ 2021 ਦੇ ਵਿੱਚ ਪੁਰਾਣਾ ਮਾਹੌਲ ਵਾਪਸ ਆਏਗਾ। ਸੋਸ਼ਲ ਗੈਦਰਿੰਗਸ ਫਿਰ ਤੋਂ ਹੋਣਗੀਆਂ ਅਤੇ ਹਰ ਕੋਈ ਆਪਣੇ ਰਿਲੇਟਿਵਸ ਅਤੇ ਫਰੈਂਡਸ ਦੇ ਨਾਲ ਆਊਟਿੰਗ ਕਰ ਸਕੇਗਾ। PTC ਪੰਜਾਬੀ ਕੈਨੇਡਾ ਦੀ ਸਾਰੀ ਟੀਮ ਵੱਲੋਂ ਸਾਡੇ ਸਾਰੇ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ।